ਅੱਛਾ, ਤੁਹਾਡਾ ਸਰ ਡੋਕ ਹੈ ਤੇ ਉਹਨਾਂ ਦਾ ਜੀ ਸਾਰੇ ਉਹ ਟੋਕ ਹੈ। ਅੱਛਾ, ਮੈਨੂੰ ਇੱਕ ਗੱਲ ਦੱਸੋ, ਇਹ ਕੀ ਹੋਇਆ? ਇਹ ਪਹਿਲੇ ਵੀ ਕਿਸੇ ਨਾਲ ਨੱਸੀ ਸੀ? ਜੀ ਉਸੇ ਬੱਚੇ ਨਾਲ ਨਸੀ ਸੀ। ਉਸੇ ਮੁੰਡੇ ਨਾਲ? ਜੀ ਜ਼ੈਨ ਨਾਲ। ਜ਼ੈਨ ਨਾਲ ਹੀ? ਜੀ। ਤੇ ਬਾਜੀ ਮੈਨੂੰ ਬੁਰਾ ਨਾ ਮਨਾਇਆ ਜੀ, ਜੀ। ਇਹ ਜਿਹੜੀ ਸਵਾਣੀ ਆਪਦਾ ਘਰ ਛੱਡ ਕੇ ਨੱਸ ਜਾਂਦੀ ਹੈ, ਇਹ ਆਪਦੇ ਬਾਲ ਬੱਚੇ ਲੈ ਕੇ ਗੈਰ ਮਰਦ ਨਾਲ ਕਿੰਨੇ ਦਿਨ ਬਾਹਰ ਰਹੀ? 11 ਦਿਹਾੜੇ। 11 ਦਿਹਾੜੇ? ਜੀ। ਫਿਰ ਇਹ ਗੰਦ ਘਰ ਕਿਉਂ ਲਿਆਉਂਦਾ ਸੀ? ਇਹ ਬੱਚਾ ਜੇ ਨਹੀਂ ਸੀ ਕੂੜਾ ਨਾ ਲਿਆਂਦਾ ਹੁੰਦਾ ਤੇ ਅੱਜ ਪੁੱਤਰ ਤੇ ਜਿੰਦਾ ਹੁੰਦਾ। ਉਹ ਪਨੇਹਾ ਨਹੀਂ ਸੀ ਮੰਨਣਾ, ਸਾਨੂੰ ਬੱਚਾ ਰੁੱਲ ਜਾਸਣ ਬੱਚਿਆਂ ਵਾਸਤੇ ਲਿਆ। ਪਿਓ ਕਹਿੰਦਾ ਹੈ ਕਿ ਮੈਂ ਸਾਂਭ ਲਾਂਗਾ, ਮੈਂ ਪਾਲ ਲਾਂਗਾ, ਕਿ ਮੇਰੇ ਬਾਲ ਨਾ ਰੁੱਲ ਜਾਣ। ਜੀ। ਕਿੱਥੋਂ ਲੱਭੀ ਸੀ ਇਹ ਹਰੀਪੁਰ ਹਸਪਤਾਲ? ਜੀ। ਸਮਝਾਇਆ ਇਹਨੂੰ? ਸਮਝਾਇਆ ਸੀ, ਪੁਲਿਸ ਨੇ ਰਾਹੀਆਂ ਆਈ ਸੀ। ਪੁਲਿਸ ਰਾਹੀਂ ਆਈ ਜੀ। ਤੇ ਕੀ ਕਹਿੰਦੀ ਸੀ? ਗਲਤੀ ਹੋ ਗਈ, ਹੁਣ ਗਲਤੀ ਹੋ ਗਈ, ਹੁਣ ਨਹੀਂ ਹੋਣੀ। ਫਿਰ ਚਲਾ ਦਿੱਤਾ ਸੀ। ਆਖਿਰਲੀ ਰਾਤ ਵਾਕਈ ਸਵਾਣੀ ਮਾਰੇ? ਜੀ ਵਾਕਈ ਮਾਰਿਆ। ਆਪਣੀ ਮਿਹਨਤ ਕਰਕੇ ਆਏ ਹੈ ਘਰ, ਅੰਦਰ ਬੂਹਾ ਖੜਕਾਇਆ ਸੀ ਤੇ ਲੇਟਣ ਲਗੇ ਤੇ ਥੱਲੇ ਚਾਦਰ ਤੱਕੀ ਸੀ। ਚਾਦਰ ਥੱਲੋਂ ਦਿਸਦੀ ਪਈ ਸੀ? ਅੱਛਾ। ਉਸ ਆਖੇ ਚਾਦਰ ਕਿਸ ਨੇ? ਉਸ ਵੇਲੇ ਲਿਕੜ ਕੇ ਤੇ ਆਦੀਆਂ ਸੀ ਥਾਂ ਤੇ ਮਾਰ ਛੋ। ਮੈਨੂੰ ਗੱਲ ਦੱਸੋ, ਇਹ ਭਰਾ ਦਾ ਘਰ ਹੈ ਨਾ ਜੀ, ਇਹ ਦੂਜੇ ਭਰਾ ਦਾ ਘਰ ਹੈ, ਇਹ ਸਾਰੇ ਕੰਧਾਂ ਸਾਂਝੀਆਂ ਨੇ, ਕਿਸੇ ਨੂੰ ਕੋਈ ਆਵਾਜ਼ ਨਾ ਗਈ ਘਰ ਵਿੱਚ ਕੀ ਹੋ ਰਿਹਾ ਇਸ ਕਮਰੇ 'ਚ? ਲੱਗੀ ਰਹਿਣੀ ਸੀ ਲੜਨ। ਲੜਨਾ ਪੁਰਾਣਾ ਸਿਆਪਾ ਜੀ, ਪਿਆਣਾ ਸਿਆਪਾ, ਆਵਾਜ਼ ਹੀ ਆਉਂਦੀ ਸੀ, ਲੜਨੇ ਨਹੀਂ। ਇਹ ਨਹੀਂ ਪਤਾ ਭਾਈ ਗੈਰ ਮਰਦ ਵੀ ਬੜੀ ਹੈ, ਇਹ ਨਹੀਂ ਸੀ ਭਰਾਵਾਂ ਪਤਾ। ਤੇ ਉਸਨੇ ਰਾਤੀ ਫਿਰ ਮਾਜਰਾ ਕਰ ਛੋੜਿਆ। ਬੱਚੀ ਤੱਕਿਆ। ਬੱਚੀ ਵੀ ਤੱਕਿਆ? ਬੱਚੀ ਮੈਂ ਬੜਾ ਔਖਾ ਹੁੰਦੇ ਨਾਲ ਗੱਲ ਕੀਤੀ, ਬੱਚੀ ਨੇ ਮੇਰੇ ਲਈ ਬੜੀ ਬੱਚੀ ਕੀ ਆਖਣੀ ਹੈ ਬਈ ਉੱਪਰ ਕਰ ਲੈ ਮੂੰਹ ਤੇ ਤੈਨੂੰ ਮਾਰ ਛੱਡ। ਦੁਬਾਰਾ ਦੱਸੋ। ਮੂੰਹ ਤੇ ਕਰ ਲੈ ਕੰਬਲ। ਮਾਂ ਕਹਿੰਦੀ ਹੈ? ਜੀ। ਨਹੀਂ ਤੈਨੂੰ ਵੀ ਕੋਈ ਛੋੜ ਸੋ। ਆਪਦੀ ਧੀ ਨੂੰ ਕਹਿ ਰਹੀ ਹੈ, ਜਿਸ ਧੀ ਦੇ ਸਾਹਮਣੇ ਉਹ ਆਪਦੇ ਆਸ਼ਿਕ ਨਾਲ ਮੁਲਾਕਾਤਾਂ ਕਰਦੀ ਏ, ਉਹਦੇ ਸਾਹਮਣੇ ਪਿਓ ਨੂੰ ਮਾਰਨ ਤੋਂ ਬਾਅਦ ਉਹਨੂੰ ਕਹਿ ਰਹੀ ਹੈ ਕਿ ਮੂੰਹ ਤੇ ਕੰਬਲ ਲੈ ਲਾ, ਜੀ, ਨਹੀਂ ਤੇ ਤੈਨੂੰ ਵੀ ਕੋਸ ਛੱਡ ਸਾਂ। ਲੱਗੀ ਸੀ ਨਬਜ਼ਾਂ ਕੱਪਣ ਤੇ ਬੱਚੀ ਤੱਕਦੀ ਸੀ ਤਾਂ ਆਨੀਆਂ ਤੂੰ ਨਾ ਤੱਕ, ਉੱਪਰ ਕਰ ਲੈ ਤੈਨੂੰ ਵੀ ਮਾਰ ਛੋੜ ਸਾਂ ਇਸੇ ਛੁਰੀ ਨਾਲ। ਇਹ ਬੱਚੀ ਦੱਸਦੀ। ਬੱਚੀ ਦਾ ਤੇ ਬੜਾ ਪਿਆਰ ਸੀ ਮਾਂ ਨਾਲ, ਹਰ ਮਾਂ ਧੀ ਦਾ ਹੁੰਦਾ ਹੈਗਾ। ਤੇ ਜਦੋਂ ਉਹਨੇ ਮਾਂ ਦਾ ਰੂਪ ਵੇਖਿਆ, ਉਹ ਕੀ ਕਹਿੰਦੀ ਹੈ? ਇਹ ਜਿਹੜੀਆਂ ਮਾਵਾਂ ਨਾ ਹੀ ਪੈਦਾ ਹੋਣ। ਇਹ ਨਾਲ ਦਿਓ ਨਜ਼ਰ ਅੱਗੇ। ਚਾਚਾ, ਦੋਤਰੇ ਪੋਤਰੇ ਧੀਆਂ ਪੁੱਤਰਾਂ ਨਾਲੋਂ ਘਣੇ ਸਿਆਣੇ, ਮੂੰਹ ਦੇ ਨੇੜੇ ਰੱਖਿਆ ਜੇ ਜ਼ਰਾ। ਮੈਂ ਨੇੜੇ ਹੀ ਆ ਜਾਣਾ, ਕੋਈ ਮਸਲਾ ਨਹੀਂ, ਇਹ ਕੋਈ ਗੱਲ ਨਹੀਂ। ਇੱਕ ਮੇਰਾ ਥੋੜਾ ਦਿਮਾਗ ਨਹੀਂ ਠੀਕ, ਸੱਚੀ ਗੱਲ ਕਰਨਾ ਪਿਆ। ਹਾਂ। ਮੈਂ ਜਿਹੜਾ ਸੁਭਾ ਹੋਈ ਹੈ ਹਾਂ, ਉਸ ਲਾ ਦੇ ਚੜੇ ਜਾਂ ਉਦੋਂ ਇੱਥੇ ਕੰਮ ਹੋ ਗਿਆ ਆਇਆ ਸੀ, ਵਾਰਦਾਤ ਹੋ ਗਈ ਸੀ। ਹਾਂ, ਪੁੱਤਰ ਮਾਰਿਆ ਗਿਆ ਸੀ। ਉਹ ਮਾਇਆ, ਉਹ ਜਿਹੜੀ ਬੀਬੀ ਹੈ ਨਾ, ਉਹ ਜਾਣਾ ਤਾਂ ਨਸ ਗਿਆ, ਜੇ ਅਸੀਂ ਲੱਭ ਜਾਣਾ ਤਾਂ ਇੱਥੇ ਹੀ ਰਹਿਣਾ। ਇਹ ਗੱਲ ਹੈ, ਇਹ ਰਾਤਾਂ ਨਾਲ ਕੋਈ ਵਾਕਿਆ ਹੈ। ਕਿਉਂਕਿ ਉੱਧਰ ਅਸੀਂ ਸੁੱਤੇ ਹਾਂ, 3 ਕਮਰੇ, ਪੁੱਤਰ ਉੱਧਰ ਹੋਣੇ ਨੇ, ਇੱਕ ਜਿਪਤੀ ਨੂੰ ਆਉਣਾ ਉੱਪਰ ਸੈਰ। ਅੱਛਾ, ਮੈਨੂੰ ਇੱਕ ਗੱਲ ਦੱਸ, ਇਹਨੂੰ ਕਿੱਥੋਂ ਰਿਸ਼ਤਾ ਕਿਵੇਂ ਕੀਤਾ? 14 ਸਾਲ ਹੋ ਗਿਆ ਵਿਆਹ ਨੂੰ, ਇਹ ਰਿਸ਼ਤਾ ਕਿਹੜੇ ਥਾਣੀ ਕੀਤਾ ਸੀ? ਇਹ ਟੋਕ ਦਾ ਨਾਲ ਹੈ ਸਾਲ ਨਾਲ। ਕੌਣ ਸੀ ਰਿਸ਼ਤਾ? ਕੋਈ ਜਾਣਦੇ ਸੀ? ਜਾਣੂ ਸਨ ਇੱਕ ਦੂਜੇ? ਜਾਣੂ ਹੁਣ ਭੈਣਾਂ ਭਰਾ ਹੀ ਹੋਣਗੇ, ਲੱਗਦੇ ਲੈਂਦੇ ਸਨ। ਜਾਂ ਤੇ ਚਾਵਾਂ ਨਾਲ ਵਿਆਹ ਕੇ ਲੈਂਦੀ ਸੀ? ਚਾਹ ਨਾਲ ਨਹੀਂ ਆਉਂਦੀ, ਬਸ ਰਿਸ਼ਤਾ ਮੰਗਿਆ ਉਹਨਾਂ ਚਾਹੁੰਦਾ। ਪੇ ਬੜਾ ਮੋਮਨ ਬੰਦਾ ਸੀ, ਤਾਜੀ ਬੰਦਾ, ਪਿਓ ਇਹਦਾ ਬੜਾ ਸ਼ਰੀਫ ਆਦਮੀ। ਉਹ ਫੌਤ ਹੋ ਗਿਆ ਜਿਲੇ, ਇਸੇ ਸਿਕਸ ਕਰ ਦਿੱਤੇ। ਪਿਓ ਦੇ ਨਾਂ ਨੂੰ ਵੀ ਲੀਕ ਲਾਈ ਸੀ? ਪੇ ਬਿਲਕੁਲ ਨਾ ਸੋਨੇ ਆ, ਨਮਾਜ਼ੀ ਬੰਦਾ ਸੀ, 5 ਵਕਤ ਦਾੜੀ ਰੱਖੀ, ਅੱਜ ਵੀ ਕੀਤੀ ਆ। ਤੇ ਉਹ ਐਥਾਮਨਾ ਹੀ ਸੀ ਮੱਤ ਦੇ, ਉਹਨੇ ਕੋਈ ਹੇਰਾ ਫੇਰੀ ਨਹੀਂ ਕੀਤਾ। ਜਿਹਦਾ ਵਾਲਦ ਫੌਤ ਹੋਇਆ ਨਾ, ਸਾਲ ਤਕਰੀਬਨ। ਇੱਕ ਮਿੰਟ। ਫਿਰ ਇਹਰਾ ਕਰ ਲੱਗ ਪਈ। ਫਿਰ ਚਾਚਾ, ਕੁੜੀ ਜਦੋਂ ਨੂੰਹ ਤੇਰੀ ਨਸ ਗਈ ਸੀ ਜੀ, ਤੇ ਫਿਰ ਇਹਨੂੰ ਤੁਸੀਂ ਪੁਲਿਸ ਥਾਣੇ ਲੱਭਿਆ, ਆਪਦੇ ਦੋਤਰੇ ਆਪਦੇ ਪੋਤਰੇ ਪੋਤਰੀ ਨੂੰ ਵੀ ਲੱਭਿਆ, ਜਾਂ ਤੁਸੀਂ ਫਿਰ ਇਸ ਵਾਪਸ ਲਿਆ ਕੇ ਇਸ ਪੁੱਤਰ ਦੇ ਘਰ ਛੱਡ ਦਿੱਤਾ। ਪੁੱਤਰ ਨੂੰ ਕਿਉਂ ਨਾ ਸਮਝਾਇਆ ਕਿ ਪੁੱਤਰ ਹੈ ਹੁਣ ਤੇਰੇ ਕੰਮ ਦੀ ਨਹੀਂ ਹੈ? ਅਸਾਂ ਸੋਚਿਆ ਬਾਈ ਬੱਚੇ ਨੇ ਮਸਲੂਮ ਤੇ ਬਾਲ ਲੈ ਲਓ, ਉਹਨੂੰ ਹੁਣ ਅੱਗੇ ਮੁਕਾਲਾ ਕਰ ਗਈ, ਤੈਨੂੰ ਕੋ ਉਹਨਾਂ ਵੀ ਸਮਝਾਇਆ ਪਿਛਲੇ ਵੀ। ਜਿਹੜਾ ਬਾਪ ਆਪਣਾ ਫੌਤ ਹੋਇਆ ਨਾ, ਫਿਰ ਇਹ ਕਸਬ ਕਰ ਲੱਗ ਪਹਿਲਾਂ ਕੋਈ ਨਹੀਂ ਉੱਠਾ ਟੁਰ ਜਾਣਾ ਇੱਥੇ ਆ
ਜਿੱਦਾਂ ਦਾ ਬਜ਼ੁਰਗ ਫੌਤ ਹੋਇਆ ਨਾ ਉੱਥੋਂ ਇਸ ਕੰਮ ਸ਼ੁਰੂ। ਚਾਚਾ ਕੀ ਕਹੇਗਾ ਅੱਜ ਉਹਨਾਂ ਕੁੜੀਆਂ ਨੂੰ, ਉਹਨਾਂ ਬੰਦਿਆਂ ਨੂੰ ਜਿਹੜੇ ਨਿਕਾਹ ਤੋਂ ਬਾਰ-ਬਾਰ ਹੀ ਮੁਹੱਬਤਾਂ ਵਧਾਈ ਜਾ ਰਹੇ ਨੇ ਤੇ ਘਰਾਂ ਨੂੰ ਤਬਾਹ ਕੀਤੀ ਜਾ ਰਹੇ ਨੇ? ਕੀ ਬਸ ਕਰੀਏ? ਇਹ ਵੀ ਦਿਮਾਗ ਨਹੀਂ ਗੱਲ ਹੈ, ਅਸੀਂ ਤਾਂ ਸਿੱਧੇ ਜਿਹੇ ਬੰਦੇ ਆ, ਜੱਟ ਜਿਹੇ ਜੰਨਾ। अस्सलाम वालेकुम जी। ये वालेकुम पकड़- सलाम। पकड़। भाईजान आप बड़े भाई हैं? जी सर, बड़े भाई। थोड़ा घर हो हाँ जी। परले पास है? जी जी जी, चेक करें। आपको कब पता चला? सर मैं बेसिकली तौर पे ना मुलाजम हूँ, 1200 रुपये दिहाड़ी है मेरी। हाँ, मैं गुजरांवाला के नाम से एक बेकरी है, अच्छा जी। उसमें मैं काम करता हूँ। तो मैं ना अचानक ना छुट्टी लेके ना आ रहा था उसी दिन। ओए होए, रात को मैंने छुट्टी ली है, अपनी तनख्वाह ली है उनसे, 1.5 माह उधर में रहा हूँ प्रदेश में। 1.5 महीने बाद कर 1.5 महीने बाद मैं घर आ रहा था, तो रास्ते में जब मैं खारियाँ के करीब पहुँचा हूँ ना, तो पीछे से बच्ची ने फ़ोन किया मुझे आपके कि हाँ मेरी बच्ची ने कि बाबा के ऐसे उसका एक्सीडेंट हो गया, अपना मर्डर हो गया चाचू का। चाचू का। तो मेरे वहम गुमान में नहीं था। ये जो पुल है आपने नहर वाला क्रॉस किया है, हाँ हाँ, इस पुल से वो ना पैदल 12 घंटे ड्यूटी करके पैदल इसकी रखवाली के लिए ये जो अच्छा फास्ट ये 3 किलोमीटर पैदल हाँ, पैदल सफ़र करके दिहाड़ी लगा के अपनी 12 घंटे काम करके वेटर का काम 12 घंटे करके होटल पे वापसी पे इसकी रखवाली के लिए इधर इसके पास आता था हाँ। वापसी पे। नहीं, ये क्या आप लोगों के आपसी घरेलू ताल्लुकात भाइयों के खराब थे? नहीं सब भाई ठीक ठाक है, सब ये मेरे साथ ही सारे सही मिलते थे? सही मिलते हैं। आप लोगों ये को थोड़ा शरीफ आदमी था, थोड़ा सादा तबीयत का आदमी था, तो देखा दाढ़ी भी इसकी बड़ी हुई है। औरत कैसे बाहर निकल गई ये मुझे समझाए थोड़ा सा। थोड़ी परजाई जड़ी है वो किवें घरों बाहर निकल गई, ये तलक किवें बन गए? तलक इस बेस पे बने हैं ना कि ये ना इसकी 2 बहनें हैं उधर चिड़ियाँ वाला में, ए मुंडा भी चिड़िया वाले दा? उस साइड से ही है जी, चिड़ियाँ वाले साइड का है। हाँ, तो ये उसके साथ इनका रिश्तेदार नहीं है, वो उधर गए हैं, उसकी उधर कोई अंडरस्टैंडिंग हो गई आपस में, हाँ, तो उधर उसकी बहनें होती हैं 2 उधर, हाँ। तो उस वजह से उनको पता होगा शायद या नहीं पता, अल्लाह वाला आलम, हमने कौन सा देखा है। ये तो मामला तब खुला जब ये भाग के गई है। पिछले बार मैंने कहा इसको तलाक दे दे, फारग कर दें। इसने मुंह काला कर लिया, ये रखने वाली नहीं है। हम इज़्ज़तदार लोग हैं, पैसा इंसान को मिल जाता है, इज़्ज़त नहीं मिलती है, लेकिन वो इज़्ज़त की नहीं धज्जियाँ तो भाई जी फिर किसे घर तो वाली गल ना सुनी? बस भाई को समझाया, भाई ने कहा कि बच्चे रुल जाएंगे, बच्चों का मामला है। ते बच्चे ले आओ सी। बच्चे सर हुण मेरी गल सुनो ना, जी। अगर वो बीबी ना लियांदी होंदी जी ते बच्चे आपने ले आए होंदे ते सही तो जिंदा होंदा। अगर शायद बंदे की दी बन जाए, एक दफ़ा उसको ठुड्डा लगे, वापस आके शायद सुधर जाए। आदमी सुधर भी सकता है ना, मौका भी देना चाहिए एक। अच्छा हो क्या रहा है कि जब एक बदबख्त को आप मौका देते हैं ना, पार्डन माय वर्ड्स, मौका देते हैं ना, तो वो बजाय संभलने और समझने के वो कहता है अगली दफा मैंने वो काम नहीं करना जिससे मैं इस दफा पकड़ा गया हूं। ये अजाब आ गया। मोबाइल फोन, इंटरनेट, खुदा गारत करे इस बदबख्ती में, बदबख्ती आम करने वालों को। ये लोगों के घरों में घुस गया है। बेटी माँ के साथ लेटी हुई है, नहीं पता माँ को कि बेटी दुनिया के किस किनारे में है। पुत्र प्यो नाल पिया ते नहीं पता प्यो नूं कि पुत्र फिजिकली इत्थे पिया गया ते दर हकीकत होया किथे किथे मुकाला कर रहे हैं, किदे घरे बड़िया है। और खैर से और कुछ हम कर नहीं पाते, तो हमें ये गुमान है कि हम बहुत अच्छे हैं। इन्ना लिल्लाहि व इन्ना इलैहि राजिऊन। मिलते हैं ब्रेक के बाद। नाज़रीन, प्रोग्राम में एक बार फिर से खुशामदीद। अमजद शाह साहब हमारे साथ मौजूद हैं, मकामी जिम्मेदारी अदा करते हैं नियो टेलीविज़न की और हमारी आंखों और कान का काम करते हैं। बट सवाल चारी वही है कि क्या हो गया इस गोल्डन ट्रायंगल को? मियाँ साहब, एक हफ्ते में ये दूसरा नाखुशगवार वाक़या, और वो वाक़या जिन्हें घर की मुहाफिज समझा जाता है, घर की रानी, इज्जत, घर की मलका, घर की इज्जत, जिनके लिए मर्द सारा दिन सारी रात मेहनत करते हैं ताकि हमारी मलका, हमारी बच्चों की माँ अपने घर महफूज रहे, लेकिन वही जो है वो एक बच्चों को खा गई और दूसरी अपने खामंद को।
हाय हाय ये इंतहाई अफसोसनाक वाक़या दूसरा असराइलमगीर में पेश आया, जिसमें एक खामन जो इंतहाई शरीफ, जिसकी बीवी घर से चली जाती है और दोबारा सिर्फ इसीलिए लेके आता है कि भाग जाती है, एक नामर्द के साथ जाती है, नाराज होकर अपने माँ बाप के घर नहीं जाती, घर से एक आशिक के साथ चली 11 दिन आशिक के साथ गुजार के आ जाती है। वो फिर रख रहा है, वो फिर इसलिए रख रहा है कि मेरे बच्चे जो है वो ख्वार ना हो, मेरे बच्चों की परवरिश हो जाए। मियाँ साहब उसने अपने आशना के साथ मिलकर अपने खामंद को उसी के कमरे में बेदर्दी के साथ कत्ल किया, जो उसे आए रोज उसके घर मिलने आता था और अजियतनाक और बच्चों की मौजूदगी में और 11 साल की बच्ची, 11 साल की बच्ची, और उस बच्ची ने अपने एक बाप कमरे का घर है, उस बच्ची ने अपने बाप को कत्ल हुए थे, उसके सामने उसके बाप को कत्ल किया गया और कत्ल करने वाली भी उसकी माँ, और अपने आशना के साथ मिलकर उसे कत्ल कर दिया। मियाँ साहब ये वाकई गोल्डन ट्रायंगल है और यहाँ पर लोग बहुत आसूदा हाल है, लेकिन हद से ज़्यादा शराफत और घर में नज़र ना रखना और बीवी और बच्चों से जो गैप है, मेरे ख्याल में ये इन चीज़ों का मौजब बन रहा है और इसी वजह से ये तमाम मामला हो रहे हैं। अगर वो चली गई है तो उसे जाने दिया जाता, आज वो बच्चे बाप से भी महरूम है और माँ से भी। अगर बाप सर पे होता तो वो माँ की कमी पूरी कर लेता।